ਇਹਨਾਂ ਦਾ ਕੋਈ ਅਰਧ ਕੁੰਭ ਆ ਰਿਹਾ ਹੈ। ਉੱਤਰਾਖੰਡ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਆਲਰੇਡੀ ਜਿਹੜੀਆਂ ਹਿੰਦੂ ਸੰਸਥਾਵਾਂ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਇਸ ਅਰਧ ਕੁੰਭ ਦੇ ਮੌਕੇ ਗੈਰ ਹਿੰਦੂਆਂ ਦੇ ਪ੍ਰਵੇਸ਼ ਦੇ ਉੱਤੇ ਉਹਨਾਂ ਦੀ ਐਂਟਰੀ ਦੇ ਉੱਤੇ ਪਾਬੰਦੀ ਲਾਈ ਜਾਏ। ਦੇਖੋ ਰੈੱਡ ਫੋਰਟ ਦੇ ਵਿੱਚ ਕਾਰ ਬਲਾਸਟ ਹੋਇਆ ਨਵੀਂ ਦਿੱਲੀ 'ਚ ਪਿਛਲੇ ਦਿਨਾਂ 'ਚ ਔਰ ਇਹਦਾ ਮਤਲਬ ਹੁਣ ਰੈੱਡ ਫੋਰਟ ਕਾਰ ਬਲਾਸਟ ਤੇ ਮੁਸਲਮਾਨ ਡਾਕਟਰ ਇੱਕ ਬੀਬੀ ਉਹਨੂੰ ਇਨਵੋਲਵ ਕੀਤਾ ਹੋਇਆ। ਕਹਾਣੀ ਕੀ ਹੈ ਕੀ ਨਹੀਂ ਪਤਾ ਨਹੀਂ। ਉਹਨੇ ਕਿਹਾ ਜੀ ਇਹ ਤਾਂ ਇੱਥੇ ਇੰਨੇ ਕਰੋੜ ਲੋਕ ਇਕੱਠੇ ਹੋਣੇ ਨੇ 6 ਤੋਂ 7 ਕਰੋੜ, ਇਹ ਤਾਂ ਇੱਥੇ ਬਲਾਸਟ ਹੋ ਜਾ ਕਰਾ ਦੇਣਗੇ ਜੇ ਨਾਨ ਹਿੰਦੂ ਇੱਥੇ ਆ ਗਏ। ਇਹਨਾਂ ਦਾ ਹਿੰਦੂਤਵੀਆਂ ਦਾ RSS ਦਾ ਏਜੰਡਾ ਇਹ ਹੈ ਵੀ ਆਨੇ ਬਹਾਨੇ ਇਹ ਉਸ ਨਫ਼ਰਤੀ ਦੌਰ ਨੂੰ ਜਾਰੀ ਰੱਖਣਾ ਚਾਹੁੰਦੇ ਨੇ ਕਿ ਜੀ ਸੋਮਨਾਥ ਮੰਦਿਰ ਜਦੋਂ ਤਬਾਹ ਕੀਤਾ ਸੀ ਉਹਨੇ ਮਹਿਮੂਦ ਗਜ਼ਨਵੀ ਨੇ, ਉਹਨੂੰ 1000 ਸਾਲ ਹੋ ਜਾਣੇ ਨੇ ਔਰ ਉਹਨੂੰ ਵੀ ਅਸੀਂ ਸੈਲੀਬ੍ਰੇਟ ਕਰਨਾ ਹੈ। ਔਰ ਸੈਲੀਬ੍ਰੇਟ ਦਾ ਮਤਲਬ ਮੁਸਲਮਾਨਾਂ ਲਈ ਨਫ਼ਰਤ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸਭ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਰੁਣਾਚਲ ਦੀਆਂ ਹਿੰਦੂ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ 14 ਜਨਵਰੀ ਨੂੰ ਹਰਿਦੁਆਰ ਵਿੱਚ ਸ਼ੁਰੂ ਹੋਣ ਵਾਲੇ ਅਰਧ ਕੁੰਭ ਮੇਲੇ ਦੌਰਾਨ ਗੈਰ ਹਿੰਦੂਆਂ ਦੀ ਐਂਟਰੀ ਤੇ ਪਾਬੰਦੀ ਲਗਾਈ ਜਾਏ। ਲਗਭਗ 45 ਦਿਨ ਚੱਲਣ ਵਾਲੇ ਇਸ ਮੇਲੇ ਵਿੱਚ 6 ਤੋਂ 7 ਕਰੋੜ ਜਿਹੜੇ ਹੈ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਜਿਹੜੀ ਹੈ ਸੰਭਾਵਨਾ ਹੈ। ਸੋ ਕੌਣ ਕਹਿੰਦਾ ਹੈ ਕਿ ਭਾਰਤ ਹੁਣ ਇੱਕ ਹਿੰਦੂ ਰਾਸ਼ਟਰ ਨਹੀਂ ਬਣਿਆ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇੱਕ ਪਾਸੇ ਭਾਰਤ ਦਾ ਦੁਨੀਆ ਦੇ ਹਰ ਚੌਂਕ ਦੇ ਵਿੱਚ ਪੂਰਾ ਜਲੂਸ ਨਿਕਲ ਰਿਹਾ ਹੈ। ਫੋਰਨ ਪਾਲਿਸੀ ਟਰੰਪ ਐਵਰੀ ਡੇ ਉਸ ਨੂੰ ਜਿਹੜਾ ਹੈ ਉਹ ਸ਼ੀਸ਼ਾ ਦਿਖਾ ਦਿੰਦਾ ਵੀ ਤੁਹਾਡੀ ਔਕਾਤ ਕੀ ਹੈ। ਔਰ ਭਾਰਤ ਦਾ ਹਰ ਗੁਆਂਢੀ ਮੁਲਕ ਵੀ ਉਸ ਦੇ ਹੱਥਾਂ 'ਚੋਂ ਨਿਕਲ ਚੁੱਕਾ ਹੈ। ਬੰਗਲਾਦੇਸ਼ ਦੇ ਵਿੱਚ ਜੋ ਹਾਲਾਤ ਭਾਵੇਂ ਚੋਣਾਂ ਫਰਵਰੀ ਦੇ ਵਿੱਚ ਹੋਣੀਆਂ ਨੇ ਲੇਕਿਨ ਕੋਈ ਦਿਨ ਐਸਾ ਨਹੀਂ ਹੁੰਦਾ ਜਿੱਦਾਂ ਇਹ ਖਬਰ ਨਾ ਹੋਏ ਕਿ ਜੀ ਹਿੰਦੂ ਇੱਕ ਵਪਾਰੀ ਉੱਥੇ ਜਿਹੜਾ ਸਟੈਪ ਟੂ ਡੈਥ ਜਾਂ ਉੱਥੇ ਜਿਹੜਾ ਬਰਨ ਟੂ ਡੈਥ ਜਾਂ ਦੂਜਾ ਪਤਾ ਨਹੀਂ ਆਪ ਹੀ ਕਰਵਾ ਰਹੇ ਨੇ, ਕੋਈ ਮਿਲਟਰੀ ਇੰਟਰਵੈਂਸ਼ਨ ਦਾ ਬਹਾਨਾ ਕਰ ਰਹੇ ਨੇ। ਜਾਂ ਲੋਕਾਂ 'ਚ ਇੰਨੀ ਕੁ ਨਫ਼ਰਤ ਹੈ ਕਿ ਇਹ ਕਿਵੇਂ, ਕਿਉਂਕਿ ਸ਼ੇਖ ਹਸੀਨਾ ਨੇ ਤਾਂ ਉੱਥੇ ਰਾਜ ਦੀ ਹਕੂਮਤ ਹੀ ਰਨ ਕੀਤੀ ਹੈ ਔਰ ਜਿਹੜੇ ਉੱਥੇ ਰਹਿੰਦੇ ਹਿੰਦੂ ਨੇ ਜ਼ਾਹਰ ਹੈ ਉਹ ਪ੍ਰੋਮੀਨੈਂਟ ਉਹਨਾਂ ਦੇ ਏਜੰਟ ਵੀ ਬਣ ਕੇ ਕੰਮ ਕਰਦੇ ਹੋਣਗੇ। ਬਹੁਤ ਸਾਰੇ ਵਪਾਰੀ ਜਾਂ ਉਹਨਾਂ ਨੇ ਪੈਸਾ ਬਣਾਇਆ ਹੋਏਗਾ। ਲੋਕਾਂ ਦਾ ਕਈ ਵਾਰੀ ਰਿਵੈਂਜ ਵੀ ਹੁੰਦਾ ਹੈ। ਹਾਲਾਂਕਿ ਅਸੀਂ ਕੰਡੈਮ ਕਰਦੇ ਹਾਂ ਕਿਤੇ ਵੀ ਧਰਮ ਜ਼ਾਤ ਜਾਂ ਕਿਸੇ ਤੁਹਾਡੇ ਫੇਥ 'ਤੇ ਬੇਸਡ ਕੋਈ ਕਿਸੇ ਦਾ ਵੀ ਮਰਡਰ ਜਾਂ ਕਿਸੇ ਦਾ ਵੀ ਕਤਲ, ਪਰ ਇਹ ਗੱਲ ਸਾਬਤ ਕਰਦੀ ਹੈ ਕਿ ਜਦੋਂ ਆਲਮੋਸਟ 1971 ਦੇ ਵਿੱਚ ਇਹਨਾਂ ਨੇ ਬੰਗਲਾਦੇਸ਼ ਪਾਕਿਸਤਾਨ ਨੂੰ ਤੋੜ ਕੇ ਬਣਾਇਆ, ਉਦੋਂ ਬੜਾ ਇਹਨਾਂ ਦਾ ਇੱਕ वन लाइनर प्रचार से इंदिरा गांधी ने तो कहा भी 1000 साल की गुलामी का बदला ले लिया है। लेकिन दूसरे पासे सी कि जी 2 नेशन थ्योरी फेल हो गई कि हुण जिहड़ी ये सी जिहड़ी मिस्टर जिन्ना दी थ्योरी सी कि जी 2 नेशन ने ये फेल हो गई। लेकिन अज उही पाकिस्तान बांग्लादेश बगलगीर भी ने और चाइना भी उन्हां दे नाल है और ये सारे चों भारत की पॉलिसी जो उन्होंने अद्धी सदी पहला ਜਿਹੜਾ ਹੁਣ ਅੱਗੇ ਤਾਂ ਇਕੱਲੇ ਪਾਕਿਸਤਾਨ ਦੇ ਨਾਲ ਬਾਰਡਰ ਡਿਫੈਂਡ ਕਰਨ ਸੀ, ਹੁਣ ਕਿੰਨੇ ਹਜ਼ਾਰ ਸਕੁਅਰ ਕਿਲੋਮੀਟਰ ਬੰਗਲਾਦੇਸ਼ ਦੇ ਨਾਲ ਵੀ ਜਿਹੜਾ ਉੱਥੇ ਵੀ ਵਾਇਰ ਲਾਉਣਾ ਚਾਹੁੰਦੇ ਨੇ ਜਾਂ ਦੂਜਾ ਕਿੰਨੀ ਕੁ ਫੌਜ ਹੈ ਕਿੱਥੇ ਕਿੱਥੇ ਰੱਖਣਗੇ। ਅੱਛਾ ਹੁਣ ਇਸ ਸਾਰੇ ਦੇ ਚੱਲਦਿਆਂ ਵਿਦਿਨ ਇੱਕ ਪਾਸੇ ਤਾਂ ਇਹ ਜਲੂਸ ਨਿਕਲ ਰਿਹਾ ਪਰ ਵਿਦਿਨ RSS ਮੋਹਨ ਭਾਗਵਤ ਦੀ ਅਗਵਾਈ ਥੱਲੇ ਔਰ ਉਹਨਾਂ ਦੀਆਂ 72 ਤੋਂ ਜ਼ਿਆਦਾ ਅੱਡ ਜਿਹੜੀਆਂ ਸੰਸਥਾਵਾਂ ਨੇ ਉਹ ਵਿਸ਼ਵ ਹਿੰਦੂ ਪਰਿਸ਼ਦ ਹੋਏ ਕਿ ਉਹਨਾਂ ਦੇ ਜਿਹੜੇ ਨੇ ਉਹ ਹਨੂਮਾਨ ਦੇ ਨਾਲ ਜੁੜੇ ਹੋਏ ਔਰ ਬਜਰੰਗ ਦਲ ਤੇ ਫਲਾਣੇ ਢਿਮਕੇ ਕਈ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਉਹ ਆਪਣੇ ਕੰਮ ਲੱਗੇ ਹੋਏ ਨੇ। ਉਹ ਵਿਦਿਨ ਅਸੀਂ ਦੇਖਿਆ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਵੈਸਟਰਨ ਵਰਲਡ ਕੀ ਕਹਿੰਦਾ। ਜਿਵੇਂ ਉਹਨਾਂ ਨੇ ਕ੍ਰਿਸਮਸ ਦੇ ਫੰਕਸ਼ਨਸ ਨੂੰ ਡਿਸਰਪਟ ਕੀਤਾ, ਅਟੈਕ ਕੀਤੇ ਔਰ ਇਸੇ ਤਰ੍ਹਾਂ ਜਿਹੜਾ ਈਵਨ ਹੁਣ ਜਿਹੜਾ ਗੁਜਰਾਤ ਦੇ ਵਿੱਚ ਉਹਨਾਂ ਦਾ ਇੱਕ ਗਰਬਾ ਡਾਂਸ ਉਹਨੂੰ ਕਹਿੰਦੇ ਨੇ, ਇੱਕ ਉਹਨਾਂ ਦਾ ਤਿਉਹਾਰ ਜੁੜਿਆ ਹੁੰਦਾ। ਪਿਛਲੇ ਪੀਰੀਅਡ 'ਚ ਅਸੀਂ ਦੇਖਿਆ ਵੀ ਆਲਮੋਸਟ ਉਹਨਾਂ ਨੇ ਇੰਨਾ ਮਾਰ ਕੁਟਾਈ ਔਰ ਨਫ਼ਰਤ ਪੈਦਾ ਕੀਤੀ ਕਿਉਂਕਿ ਇਹ ਕਲਚਰਲ ਹੈ ਔਰ ਗੁਜਰਾਤ ਦੇ ਵਿੱਚ
ਮਿਲੀਅਨਸ ਆਫ ਮੁਸਲਿਮ ਰਹਿੰਦੇ ਨੇ, ਉਹ ਵੀ ਗਰਬਾ ਸੈਲੀਬ੍ਰੇਟ ਕਰ, ਜਿਵੇਂ ਕਲਚਰਲ ਕੁਝ ਚੀਜ਼ਾਂ ਜਿਵੇਂ ਭੰਗੜਾ ਹੈ ਉਹ ਭਾਵੇਂ ਕਿਹਨੇ ਬਣਾਇਆ ਪਰ ਦੋਵੇਂ ਪਾਸੇ ਦੇ ਜੇ ਅਸੀਂ ਪੰਜਾਬ ਕਹਿੰਦੇ ਹਾਂ ਉਹਨਾਂ ਨਾਲ, ਹੁਣ ਕੱਲ੍ਹ ਨੂੰ ਕੋਈ ਕਹੇਗਾ ਜੀ ਲਹਿੰਦੇ ਪੰਜਾਬ ਵਾਲੇ ਭੰਗੜਾ ਨਹੀਂ ਪਾ ਸਕਦੇ ਜਾਂ ਚੜ੍ਹਦੇ ਵਾਲੇ ਨਹੀਂ ਪਾ ਸਕਦੇ, ਜਾਂ ਜੇ ਸਾਂਝਾ ਹੋਏ ਤਾਂ ਉਹਦੇ 'ਚ ਕੋਈ, ਹੁਣ ਉਹ ਤਾਂ ਉਹਨਾਂ ਨੇ ਮੁਸਲਮਾਨਾਂ ਨੂੰ ਦੌੜਾਤਾ ਉੱਥੋਂ ਕਿ ਜੀ ਇਹ ਗਰਬਾ ਸਾਡਾ ਹਿੰਦੂਆਂ ਦਾ ਹੈ ਔਰ ਤੁਸੀਂ ਇੱਥੇ ਵੜ ਵੀ ਨਹੀਂ ਸਕਦੇ, ਉਹਨਾਂ ਦੇ ਉੱਤੇ ਮਾਰ ਕੁਟਾਈਆਂ ਦੂਜੀ। ਹੁਣ ਧਰਮ ਦੇ ਨਾਂ ਥੱਲੇ ਇਹਨਾਂ ਨੇ ਡਰਾਮੇਬਾਜ਼ੀਆਂ ਤਾਂ ਬਹੁਤ, ਰਾਮ ਮੰਦਰ ਬਣਾਉਣ ਦਾ ਪਾਠ ਕੀ, ਫਿਰ ਇਹਨਾਂ ਨੂੰ ਲੱਭ ਪਿਆ ਹੁਣ ਜਿਹੜਾ ਉਹ ਕੁੰਭ ਮੇਲਾ, ਅਜੇ ਕੁੰਭ ਹੋ ਕੇ ਹੀ ਹਟਿਆ ਕਿ ਜੀ ਇੰਨੇ ਕਰੋੜ, ਪਤਾ ਨਹੀਂ 20 ਕਰੋੜ ਨੇ ਨਹਾ ਲਿਆ, ਵਿੱਚ ਕੀ ਹੈ, ਕਿਸ ਕਿਸਮ ਦੀਆਂ ਬਿਮਾਰੀਆਂ ਫੈਲੀਆਂ, ਕੀ ਹੋਇਆ। ਹੁਣ ਇਹਨਾਂ ਦਾ ਕੋਈ ਅਰਧ ਕੁੰਭ ਆ ਰਿਹਾ ਔਰ ਅਰਧ ਕੁੰਭ ਜਿਹੜਾ ਉਹ ਹਰਿਦੁਆਰ ਦੇ ਆਲੇ ਦੁਆਲੇ ਹੁੰਦਾ, ਹਰਿਦੁਆਰ ਨਾਲ ਜੁੜਿਆ ਹੋਇਆ ਜਿਵੇਂ, ਔਰ ਹਰਿਦੁਆਰ ਜ਼ਿਲ੍ਹਾ ਇਹ ਉੱਤਰਾਂਚਲ ਸੂਬਾ ਜਿਹੜਾ ਕਿ ਯੂਪੀ 'ਚੋਂ ਹੀ ਤੋੜ ਕੇ ਬਣਾਇਆ ਗਿਆ, ਜਿਹਦੇ 'ਚ ਸ਼ਹੀਦ ਊਧਮ ਸਿੰਘ ਨਗਰ ਜ਼ਿਲ੍ਹਾ ਵੀ ਇਹਦਾ ਹਿੱਸਾ ਹੈ। ਇਹ ਜਿਹੜਾ ਇਹਨਾਂ ਦਾ ਅਰਧ ਕੁੰਭ ਹੈ 45 ਰੋਜ਼ਾ ਇਹ ਇਹਨਾਂ ਦਾ ਮੇਲਾ ਹੋਣਾ ਹੈ ਅਰਧ ਕੁੰਭ ਦਾ। ਇਹ 14 ਜਨਵਰੀ ਤੋਂ ਇਸ ਦੀ ਸ਼ੁਰੂਆਤ ਹੋਣੀ ਹੈ, ਮਕਰ ਸੰਕ੍ਰਾਂਤੀ ਵਾਲੇ ਦਿਨ ਤੋਂ। ਔਰ ਇਸ ਮੌਕੇ ਦੇ ਉੱਤੇ ਹੁਣ ਆਲਰੇਡੀ ਜਿਹੜੀਆਂ, ਕਿਉਂਕਿ ਉੱਤਰਾਖੰਡ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਆਲਰੇਡੀ ਜਿਹੜੀਆਂ ਹਿੰਦੂ ਸੰਸਥਾਵਾਂ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਇਸ ਅਰਧ ਕੁੰਭ ਦੇ ਮੌਕੇ ਗੈਰ ਹਿੰਦੂਆਂ ਦੇ ਪ੍ਰਵੇਸ਼ ਦੇ ਉੱਤੇ, ਉਹਨਾਂ ਦੀ ਐਂਟਰੀ ਦੇ ਉੱਤੇ ਪਾਬੰਦੀ ਲਾਈ ਜਾਏ। ਜ਼ਾਹਰ ਹੈ ਟਾਰਗੇਟ ਮੁਸਲਮਾਨ ਵੀ ਨੇ, ਈਸਾਈ ਵੀ ਨੇ, ਸਿੱਖ ਵੀ ਨੇ, ਔਰ ਇਹ ਸਾਰੇ ਦੇ ਚੱਲਦੇ ਔਰ ਉਹਨਾਂ ਨੇ ਇਸ ਦਾ ਬਹਾਨਾ ਕੀ ਬਣਾਇਆ। ਔਰ ਇਸ ਜਿਹੜੀ ਪਹਿਲੀ ਮੰਗ ਤਾਂ ਉਹਨਾਂ ਦੀ ਜਿਹੜੀ ਹੈ ਗੰਗਾ ਸਭਾ ਨੇ ਮੰਗ ਕੀਤੀ ਸੀ, ਜਿਹੜੀ ਰਿਲੀਜੀਅਸ ਐਕਟੀਵਿਟੀਜ਼ ਜਿਹੜੇ ਹਰਿਦੁਆਰ ਦੇ ਅੱਡ ਅੱਡ ਘਾਟ ਨੇ ਉਹਨਾਂ ਨੂੰ ਮੈਨੇਜ ਕਰਦੀ ਹੈ, ਉਹਦੇ 'ਚ ਉਹਨਾਂ ਨੇ ਮੰਗ ਕੀਤੀ ਕਿ ਭਾਈ ਇਹ ਅਰਧ ਕੁੰਭ ਦੇ ਮੌਕੇ 'ਤੇ ਗੈਰ ਹਿੰਦੂਆਂ ਦੀ ਐਂਟਰੀ 'ਤੇ ਪਾਬੰਦੀ ਲਾਈ ਜਾਏ। ਉਹਨਾਂ ਦਾ ਜਿਹੜਾ ਧਾਰਮਿਕ ਲੀਡਰ ਹੈ ਸਾਧਵੀ ਪ੍ਰਾਚੀ, ਉਹਨੇ ਵੀ ਇਹੀ ਜਿਹੜੀ ਮੰਗ ਹੈ ਇਹ ਕੀਤੀ ਹੈ, ਕਿਉਂਕਿ ਪੁਸ਼ਕਰ ਧਾਮੀ ਚੀਫ ਮਿਨਿਸਟਰ ਹੈ ਉੱਤਰਾਖੰਡ ਦਾ ਉਹਦੇ ਤੋਂ। ਔਰ ਫਿਰ ਜਿਹੜਾ ਉਹ ਸਾਧਵੀ ਪ੍ਰਾਚੀ ਨੇ ਕਿਹਾ ਕਿ ਜੀ ਦੇਖੋ ਰੈੱਡ ਫੋਰਟ ਦੇ ਵਿੱਚ ਕਾਰ ਬਲਾਸਟ ਹੋਇਆ ਨਵੀਂ ਦਿੱਲੀ 'ਚ ਪਿਛਲੇ ਦਿਨਾਂ 'ਚ, ਔਰ ਇਹਦਾ ਮਤਲਬ ਹੁਣ ਰੈੱਡ ਫੋਰਟ ਕਾਰ ਬਲਾਸਟ 3 ਮੁਸਲਮਾਨ ਡਾਕਟਰ, ਇੱਕ ਬੀਬੀ ਉਹਨੂੰ ਇਨਵੋਲਵ ਕੀਤਾ ਹੋਇਆ। ਕਹਾਣੀ ਕੀ ਹੈ ਕੀ ਨਹੀਂ ਪਤਾ ਨਹੀਂ। ਉਹਨੇ ਕਿਹਾ ਜੀ ਇਹ ਤਾਂ ਇੱਥੇ ਇੰਨੇ ਕਰੋੜ ਲੋਕ ਇਕੱਠੇ ਹੋਣੇ ਨੇ, 6 ਤੋਂ 7 ਕਰੋੜ, ਇਹ ਤਾਂ ਇੱਥੇ ਬਲਾਸਟ ਹੋ ਕਰਾ ਦੇਣਗੇ ਜੇ ਨਾਨ ਹਿੰਦੂ ਇੱਥੇ ਆ ਗਏ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਟੂ ਅਵੋਇਡ ਏ ਸਿਮਿਲਰ, ਕਿਉਂਕਿ ਦਿੱਲੀ 'ਚ ਹੋਇਆ ਆਲਰੇਡੀ, ਟੂ ਅਵੋਇਡ ਏ ਸਿਮਿਲਰ ਇੰਸੀਡੈਂਟ ਐਟ ਕੁੰਭ ਮੇਲਾ ਵੇਅਰ ਮਿਲੀਅਨਸ ਆਫ ਹਿੰਦੂ ਡਿਵੋਟੀਜ਼ will gather to take a holy dip in the Ganga, the government should take a firm stand on this issue and ban the entry of non-Hindus into the area. ਹੁਣ ਹਰਿਦੁਆਰ ਦੇ ਵਿੱਚ ਵੀ ਦੂਸਰੀਆਂ ਥਾਵਾਂ ਤੇ ਵੀ ਮੁਸਲਮਾਨ ਵੀ ਰਹਿੰਦੇ ਨੇ, ਸਿੱਖ ਵੀ ਰਹਿੰਦੇ, ਉਦੋਂ ਉਹਨਾਂ ਨੂੰ ਆਪਣੇ ਘਰਾਂ ਤੱਕ ਵੀ ਨਹੀਂ ਪਹੁੰਚਣ ਦੇਣਗੇ ਕਿ ਜੀ ਇਹ ਸਾਡਾ ਕੁੰਭ ਮੇਲਾ ਚੱਲ ਰਿਹਾ। ਔਰ ਦੂਸਰਾ, ਔਰ ਇਸ ਦੇ ਉੱਤੇ ਜਿਹੜੀ ਹੈ ਈਵਨ ਉਹਨਾਂ ਨੇ ਕਿਹਾ ਜੀ ਇਹ ਹੁਣ ਵਕਤ ਆ ਗਿਆ ਕਿ ਨਾਨ ਹਿੰਦੂਆਂ ਨੂੰ ਬਾਹਰ ਰੱਖੋ ਇਹ ਸਾਰੇ ਤੋਂ। ਔਰ ਉਹਨੇ ਕਿਹਾ ਜੀ 1916 ਦੇ ਮਿਊਨਿਸਪਲ ਲਾਅ ਵੀ ਨੇ ਜਿਹਦੇ 'ਚ ਇਹ ਹੈ ਕਿ ਜੀ ਕੋਈ ਗੈਰ ਹਿੰਦੂ ਹੋਲੀ ਘਾਟਸ ਦੇ ਉੱਤੇ ਨਹੀਂ ਜਾ ਸਕਦਾ। ਔਰ ਇਹ ਸਾਰੇ ਦਿਸ ਪਲੇਸ ਬਿਲੋਂਗਸ ਟੂ ਅਸ ਦ ਹਿੰਦੂਜ਼ ਐਂਡ ਦੇयर ਸ਼ੁੱਡ ਬੀ ਨੋ ਪ੍ਰੋਬਲਮ ਐਕਸੈਪਟਿੰਗ ਦ ਸੇਮ। ਹੁਣ ਇਹ ਹਿੰਦੂ ਜਥੇਬੰਦੀਆਂ ਨੇ ਮੰਗ ਕੀਤੀ ਹੈ ਔਰ ਚੀਫ ਮਿਨਿਸਟਰ ਨੇ ਉਹਨਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਰੱਖੀ ਹੈ। ਸੋ ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ, ਔਰ ਜੇ ਕੋਈ ਹੁਣ ਡਿਗਨਿਟਰੀ ਜਾਂਦਾ ਹੈ, ਮੋਦੀ ਗੀਤਾ ਦੀ ਕਾਪੀ ਉਹਨੂੰ ਦਿੰਦਾ, ਗੀਤਾ ਦੀ ਟਰਾਂਸਲੇਸ਼ਨ, ਵੰਦੇ ਮਾਤਰਮ ਜਿਹੜਾ ਨੈਸ਼ਨਲ ਐਂਥਮ ਨਹੀਂ ਹੈ ਲੇਕਿਨ ਉਹਨੂੰ ਜਿਹੜਾ ਉਹ ਪੂਰਾ ਉਹਨਾਂ ਨੇ ਬਣਾਇਆ। ਹੁਣ ਕੱਲ੍ਹ ਹੀ ਮੋਦੀ ਨੇ ਕਿਹਾ ਕਿ ਜੀ ਉਹ ਦਿਨ ਬਹੁਤ ਨੇੜੇ ਆ ਰਿਹਾ ਹੈ ਜਦੋਂ ਕਿ ਸੋਮਨਾਥ ਮੰਦਰ 'ਤੇ ਹਮਲੇ ਨੂੰ 1000 ਸਾਲ ਹੋ ਜਾਣਾ। ਹੁਣ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਇਹਨਾਂ ਦਾ ਹਿੰਦੂਤਵੀਆਂ ਦਾ RSS ਦਾ ਏਜੰਡਾ ਇਹ ਹੈ ਵੀ ਆਨੇ ਬਹਾਨੇ ਇਹ ਉਸ ਨਫ਼ਰਤੀ ਦੌਰ ਨੂੰ ਜਾਰੀ ਰੱਖਣਾ ਚਾਹੁੰਦੇ ਨੇ। ਔਰ ਕਿ ਜੀ ਸੋਮਨਾਥ ਮੰਦਰ ਜਦੋਂ ਤਬਾਹ ਕੀਤਾ ਸੀ ਉਹਨੇ ਮਹਿਮੂਦ ਗਜ਼ਨਵੀ ਨੇ, ਉਹਨੂੰ 1000 ਸਾਲ ਹੋ ਜਾਣੇ ਨੇ ਔਰ ਉਹਨੂੰ ਵੀ ਅਸੀਂ ਸੈਲੀਬ੍ਰੇਟ ਕਰਨਾ ਹੈ। ਔਰ ਸੈਲੀਬ੍ਰੇਟ ਦਾ ਮਤਲਬ ਮੁਸਲਮਾਨਾਂ ਲਈ ਨਫ਼ਰਤ ਕਿ ਭਾਈ ਇਹਨਾਂ ਦੀਆਂ ਬਾਕੀ ਕਿੰਨੇ ਥਾਵਾਂ ਦੇ ਉੱਤੇ ਬੁਲਡੋਜ਼ਰਾਂ ਰਾਹੀਂ ਉਹਨਾਂ ਦੇ ਘਰ ਕਾਰੋਬਾਰ ਉੱਤੇ ਡਿਸਟਰੋਏ ਹੋ ਰਹੇ ਨੇ, ਕਿੰਨੀਆਂ ਦਰਗਾਹਾਂ ਜਾਂ ਕਿੰਨੀਆਂ ਹੋਰ
ਕਿਉਂਕਿ ਜਦੋਂ ਵੱਡੀਆਂ ਮਸੀਤਾਂ ਦੀ ਗੱਲ ਹੁੰਦੀ ਆ ਉਹ ਤਾਂ ਮਥੁਰਾ ਜਾਂ ਕਾਂਸ਼ੀ ਦਾ ਹੀ ਜ਼ਿਕਰ ਹੋ ਰਿਹਾ, ਅਯੁੱਧਿਆ ਤਾਂ ਉਹਨਾਂ ਨੇ ਫਤਿਹ ਕਰ ਲਿਆ, ਅੱਛਾ ਲੇਕਿਨ ਕਿੰਨੀਆਂ ਹੋਰ ਥਾਵਾਂ ਦੇ ਉੱਤੇ ਈਵਨ ਉਹਨਾਂ ਦੀਆਂ ਮਸੀਤਾਂ ਦੇ ਉੱਤੇ ਕਬਜ਼ੇ ਹੋ ਰਹੇ ਨੇ। ਜਿਹੜਾ ਵਕਫ ਅਮੈਂਡਮੈਂਟ ਬਿੱਲ ਪਾਸ ਕੀ, ਉਹਦੇ ਥੱਲੇ ਤਾਂ ਉਹਨਾਂ ਦੀ ਅਰਬਾਂ ਨਹੀਂ ਖਰਬਾਂ ਦੀ ਜਾਇਦਾਦ ਜਿਹੜੀ ਹੈ ਉਹ ਸਬਜੈਕਟ ਟੂ ਗਵਰਨਮੈਂਟ ਕੰਟਰੋਲ ਚਲੀ ਜਾਏਗੀ। ਸੋ ਆਲਰੇਡੀ ਇੰਡੀਆ ਇੱਕ ਹਿੰਦੂ ਨੇਸ਼ਨ ਹੈ, ਇਹਨੂੰ ਕਿਸੇ ਨੂੰ ਕੋਈ ਜਿਹੜਾ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।